Hello students, how are you? Welcome to your botany lecture. Beta, today we will start leaf abscission. Now what is leaf abscission? It is the natural process of falling of leaves from plants without causing any injury to living tissues of the plants. मतलब leaf fall होना एक natural process है ਤੇ ਲੀਫ ਫਾਲ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈਗਾ ਹੋਸਟ ਪਲਾਂਟ ਨੂੰ। ਹੁਣ ਇਹ ਜਿਹੜਾ ਲੀਫ ਫਾਲ ਹੁੰਦਾ ਜਾਂ ਐਬਸੈਸ਼ਨ ਹੁੰਦਾ ਆ, ਇਹ ਹੁੰਦਾ ਆ ਇੱਕ ਐਬਸੈਸ਼ਨ ਜ਼ੋਨ ਬਣਦਾ ਆ ਪਹਿਲਾਂ, ਉੱਥੋਂ ਫਿਰ ਹੌਲੀ ਹੌਲੀ ਆਫਟਰ ਦਾ ਫਾਰਮੇਸ਼ਨ ਆਫ ਐਬਸੈਸ਼ਨ ਜ਼ੋਨ ਲੀਫ ਜਿਹੜੀ ਆ ਡਿਟੈਚ ਹੋ ਜਾਂਦੀ ਆ ਫਰੋਮ ਪੇਰੈਂਟ ਪਲਾਂਟ। ਹੁਣ ਐਬਸੈਸ਼ਨ ਜ਼ੋਨ ਜਿਹੜਾ ਆ ਐਕਚੁਅਲੀ 'ਚ ਇਹ ਦੋ ਲੇਅਰਸ ਦਾ ਬਣਿਆ ਹੁੰਦਾ ਆ। ਇੱਕ ਹੈਗੀ ਆ ਸੈਪਰੇਸ਼ਨ ਲੇਅਰ ਅਤੇ ਦੂਸਰੀ ਹੈਗੀ ਆ ਪ੍ਰੋਟੈਕਟਿਵ ਲੇਅਰ। ਤਾਂ ਇਹਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਡਾਇਗਰਾਮ ਦੱਸਿਆ ਆ, ਟਰੀ ਫਿਰ ਆ ਬ੍ਰਾਂਚਿਸ, ਇੱਥੇ ਲੀਫ ਅਰਾਈਜ਼ ਕਰਦੀ ਆ ਅਤੇ ਹੁਣ ਇੱਥੋਂ ਲੀਫ ਕਿੱਦਾਂ ਡਿੱਗ ਜਾਂਦੀ ਆ, ਝੜ ਜਾਂਦੀ ਆ, ਐਬਸੈਸ਼ਨ ਜ਼ੋਨ ਬਣਦਾ ਆ, ਇਹ ਆਪਾਂ ਸਮਝਾਂਗੇ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸੈਪਰੇਸ਼ਨ ਲੇਅਰ ਦੀ। ਤਾਂ ਇਹ ਜਿਹੜੀ ਆਹ ਦੇਖੋ ਸੈਪਰੇਸ਼ਨ ਲੇਅਰ ਆ, ਆਹ ਵਾਲੀ, ਇਹ ਕਦੋਂ ਬਣਦੀ ਆ ਜਾਂ ਕਿਵੇਂ ਬਣਦੀ ਆ? ਜਦੋਂ ਲੀਫ ਫਾਲ ਹੋਣਾ ਹੁੰਦਾ ਆ, ਉਸ ਲੀਫ ਫਾਲ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਇਹ ਜਿਹੜੀ ਸੈਪਰੇਸ਼ਨ ਲੇਅਰ ਦਾ ਡਿਵੈਲਪਮੈਂਟ ਹੁੰਦਾ ਆ। ਕੁੱਲ ਮਿਲਾ ਕੇ ਅਸੀਂ ਦੋਨਾਂ ਨੂੰ ਸੈਪਰੇਸ਼ਨ ਔਰ ਪ੍ਰੋਟੈਕਟਿਵ ਨੂੰ ਐਬਸੈਸ਼ਨ ਜ਼ੋਨ ਕਹਾਂਗੇ। ਐਬਸੈਸ਼ਨ ਮਤਲਬ ਜਿੱਥੋਂ ਡਿੱਗਦੀ ਆ ਲੀਫ ਜਾਂ ਫਾਲ ਹੁੰਦਾ ਆ। ਤਾਂ ਬਿਫੋਰ ਲੀਫ ਫਾਲ ਤੋਂ ਕੁਛ ਦਿਨ ਪਹਿਲਾਂ ਇਹ ਬਣਦੀ ਆ ਜਿਹੜੀ ਮੇਨ ਲੇਅਰ ਆ, ਆਹ ਵਾਲੀ, ਜਿੱਦਾਂ ਹੁਣ ਆਹ ਪੂਰੀ ਸਟੈਮ ਆ ਅਤੇ ਆਹ ਬ੍ਰਾਂਚ ਆ, ਜਿਹੜੀ ਮੇਨ ਹੈਗੀ ਆ ਬ੍ਰਾਂਚ, ਇਹ ਬਣੀ ਹੁੰਦੀ ਆ, ਆਹ ਵਾਲੀ ਜਿਹੜੀ ਆ ਇਹ ਬਣੀ ਹੁੰਦੀ ਆ ਪੈਰਨਕਾਈਮੇਟਸ ਸੈਲਸ ਦੀ। ਹੁਣ ਜਿਹੜੇ ਆਹ ਵਾਲੀ ਜਿਹੜੀ ਸੈਕਿੰਡ ਲੇਅਰ ਆ ਪ੍ਰੋਟੈਕਟਿਵ ਲੇਅਰ, ਇਹ ਕਦੋਂ ਦਿਖਦੀ ਆ? ਜਦੋਂ ਇੱਥੇ ਆਹ ਸੈਪਰੇਸ਼ਨ ਲੇਅਰ ਬਣਦੀ ਆ। ਸੈਪਰੇਸ਼ਨ ਲੇਅਰ ਦਾ ਕੰਮ ਕੀ ਆ ਕਿ ਜਿਵੇਂ ਆਹ ਸੈੱਲ ਆ, ਇਹਨੇ ਦੋਨੋਂ ਸੈਲਸ ਨੂੰ ਸੈਪਰੇਟ ਕਰਨਾ ਆ, ਵਿੱਚ ਇੱਕ ਗੈਪ ਪਾ ਦੇਣਾ, ਜਿਵੇਂ ਇੱਥੇ ਦੇਖੋ ਗੈਪ ਦਿਖ ਹੀ ਰਿਹਾ ਆ। ਹੁਣ ਔਨ ਦਾ ਅਦਰ ਹੈਂਡ ਪ੍ਰੋਟੈਕਟਿਵ ਲੇਅਰ ਜਿਹੜੀ ਆ ਉਹ ਦਿਖਦੀ ਆ ਜਦੋਂ ਕਹਿ ਲਓ ਕਿ ਲੀਫ ਝੜਨਾ ਸ਼ੁਰੂ ਹੋ ਜਾਂਦੀ ਆ। ਇੱਥੋਂ ਲੀਫ ਡਿੱਗੂਗੀ ਹੌਲੀ ਹੌਲੀ, ਤਾਂ ਇੱਥੇ ਸਾਨੂੰ ਸੈਕਿੰਡ ਲੇਅਰ ਪ੍ਰੋਟੈਕਟਿਵ ਲੇਅਰ ਜਿਹੜੀ ਆ ਉਹ ਦਿਖਣੀ ਸ਼ੁਰੂ ਹੋ ਜਾਣੀ ਆ। ਹੁਣ ਇਹ ਜਿਹੜੀ ਪ੍ਰੋਟੈਕਟਿਵ ਲੇਅਰ ਦਾ ਫੰਕਸ਼ਨ ਕੀ ਆ? ਇਹ ਮਦਰ ਪਲਾਂਟ ਨੂੰ ਬਚਾਉਂਦੀ ਆ ਤਾਂ ਫਰੋਮ ਐਕਸਟਰਨਲ ਇੰਜਰੀਜ਼ ਜਾਂ ਸਰਾਊਂਡਿੰਗ ਐਟਮੋਸਫੇਅਰ ਜਾਂ ਫਿਰ ਕੋਈ ਇਨਫੈਕਸ਼ਨ ਮਾਈਕਰੋ ਆਰਗੈਨਿਜ਼ਮਸ ਨਾ ਕੌਜ਼ ਕਰ ਸਕਣ। ਤਾਂ ਇਹ ਇੱਥੇ ਬਣ ਜਾਣੀ ਆ ਤਾਂ ਕਿ ਇਹ ਰੈਸਟ ਆਫ ਦਾ ਪਲਾਂਟ ਨੂੰ ਬਚਾ ਸਕੇ ਫਰੋਮ ਇੰਜਰੀਜ਼ ਜਾਂ ਅਟੈਕ ਆਫ ਮਾਈਕਰੋ ਆਰਗੈਨਿਜ਼ਮਸ। ਹੁਣ ਜੇ ਅਸੀਂ ਇਹਦੀ ਗੱਲ ਕਰੀਏ ਕਿ ਫਾਰਮੇਸ਼ਨ ਆਫ ਐਬਸੈਸ਼ਨ ਜ਼ੋਨ ਮਤਲਬ ਦੋਨੋਂ ਲੇਅਰਸ ਟਰਨ ਬਾਏ ਟਰਨ ਕਿੱਦਾਂ ਬਣਨਗੀਆਂ, ਉਹ ਅਸੀਂ ਦੇਖਣਾ ਆ। ਤਾਂ ਸਭ ਤੋਂ ਪਹਿਲਾਂ ਕੀ ਹੋਣਾ ਆ, ਜਿਵੇਂ ਪਲਾਂਟ ਆ, ਆਹ ਪੀਟੀਓਲ ਆ ਜਾਂ ਫਿਰ ਇੱਥੋਂ ਟਵਿਗ ਆ ਜਿਹਦੇ ਉੱਪਰ ਲੀਫ ਲੱਗੀ ਹੋਈ ਆ। ਹੁਣ ਲੀਫ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੋਣਾ ਆ? ਲਾਸ ਆਫ ਕਲੋਰੋਫਿਲ। ਇੱਥੇ ਮੈਂ ਆਹ ਯੈਲੋ ਕਲਰ ਬਣਾਇਆ ਹੈ, ਐਕਚੁਅਲੀ ਇਹ 'ਚ ਯੈਲੋ ਕਲਰ ਬਹੁਤ ਅੱਛਾ ਨਹੀਂ ਸੀਗਾ ਮੇਰੇ ਕੋਲ, ਤਾਂ ਮੈਂ ਉਹਨੂੰ ਸਿਰਫ ਆਹ ਮਾਰਕਿੰਗ ਜਿਹੀ ਕੀਤੀ ਆ, ਆਹ ਵਾਲਾ। ਲਾਸ ਆਫ ਕਲੋਰੋਫਿਲ ਹੁੰਦਾ ਆ ਲੀਫ ਦੇ ਵਿੱਚ, ਹੈ ਨਾ। ਹੁਣ ਲਾਸ ਆਫ ਕਲੋਰੋਫਿਲ ਹੋ ਗਿਆ ਮਤਲਬ ਪੱਤੀ ਜਿਹੜੀ ਆ ਗਰੀਨ ਤੋਂ ਯੈਲੋ ਕਲਰ ਦੀ ਹੋ ਜਾਣੀ ਆ। ਹੌਲੀ ਹੌਲੀ ਜਦੋਂ ਯੈਲੋ ਕਲਰ ਦੀ ਹੋਣੀ ਆ, ਲਾਸ ਆਫ ਕਲੋਰੋਫਿਲ ਹੋਣਾ ਆ, ਉਹ 'ਚ ਫੋਟੋਸਿੰਥਸਿਸ ਨਹੀਂ ਹੋ ਪਾਉਣਾ ਹੈਗਾ। ਅਤੇ ਨਾਲ ਹੀ ਨਾਲ ਕੀ ਹੋਣਾ ਆ, ਇਸ ਰੀਜਨ ਦੇ ਵਿੱਚ ਇੱਥੇ ਕੁਛ ਐਕਸਕ੍ਰੀਟਰੀ ਪ੍ਰੋਡਕਟਸ ਆ ਕੇ ਜਾਂ ਐਕਸਕ੍ਰੀਟਰੀ ਕਹਿ ਲਓ
ਸਬਸਟੈਂਸਸ ਪ੍ਰੋਡਕਟਸ ਆ ਕੇ ਇੱਥੇ ਇਕੱਠੇ ਹੋ ਜਾਣੇ ਆ। ਹੁਣ ਨਾਲ ਹੀ ਨਾਲ ਕਹਿ ਲਓ ਕਿ ਲਾਸ ਆਫ ਕਲੋਰੋਫਿਲ ਆ ਅਤੇ ਅਕਮੂਲੇਸ਼ਨ ਆਫ ਐਕਸਕ੍ਰੀਟਰੀ ਪ੍ਰੋਡਕਟਸ ਹੁੰਦੇ ਆ। ਤਾਂ ਇਸ ਸਟੇਜ 'ਤੇ ਅਸੀਂ ਕਹਿ ਸਕਦੇ ਹਾਂ ਸੈਨਾਈਸੈਂਸ ਆਫ ਲੀਫ। ਸੈਨੇਸੈਂਸ ਮਤਲਬ ਮੁਰਝਾਉਣਾ, ਡੈਥ ਆਫ ਲੀਫ ਹੁੰਦੀ ਆ, ਹੈ ਨਾ। ਹੁਣ ਐਬਸੀਸ਼ਨ ਜ਼ੋਨ ਜਿਹੜਾ ਅਸੀਂ ਇੱਥੇ ਮੈਂ ਹੁਣ ਆਊਟਲਾਈਨ ਹੀ ਬਣਾਈ ਆ। ਇੱਥੇ ਜਿਹੜਾ ਐਬਸੀਸ਼ਨ ਜ਼ੋਨ ਸੀਗਾ, ਇਹ ਐਬਸੀਸ਼ਨ ਜ਼ੋਨ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਜਿਹੜੇ ਲੀਫ ਦੇ ਵਿੱਚ ਸੈਲਸ ਹੁੰਦੇ ਆ, ਇਹ ਪੈਰਨਕਾਈਮੇਟਸ ਸੈਲਸ ਹੁੰਦੇ ਆ। ਹੁਣ ਇਸ ਜਗ੍ਹਾ 'ਤੇ ਜਿਹੜੇ ਪੈਰਨਕਾਈਮੇਟਸ ਸੈਲਸ ਆ, ਇਹਨਾਂ ਦਾ ਜਿਹੜਾ ਅੰਦਰ ਪ੍ਰੋਟੋਪਲਾਜ਼ਮ ਭਰਿਆ ਹੁੰਦਾ ਇਹ ਥਿਕ ਹੋ ਜਾਣਾ ਆ, ਗਾੜਾ ਹੋ ਜਾਣਾ ਆ। ਔਰ ਨਾਲ ਹੀ ਨਾਲ ਇੱਥੇ ਕੀ ਹੋਣਾ ਆ, ਸਟਾਰਚ ਗ੍ਰੇਨਸ ਦਾ ਡਿਪੋਜੀਸ਼ਨ ਹੋਣਾ ਸ਼ੁਰੂ ਹੋ ਜਾਣਾ ਜਾਂ ਸਟਾਰਚ ਗ੍ਰੇਨਸ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਣੇ ਆ। ਹੁਣ ਜਿਹੜੀ ਲੀਫ ਦੇ ਮਿਡਲ ਲੈਮੀਨਾ ਦੇ ਵਿੱਚ ਸਟਾਰਚ ਗ੍ਰੇਨਸ ਵੀ ਇਕੱਠੇ ਹੋਏ, ਕੈਲਸ਼ੀਅਮ ਪੈਕਟੇਟ ਵੀ ਇਕੱਠਾ ਹੋ ਜਾਣਾ ਆ। ਅਤੇ ਇਹ ਇੱਥੇ ਜਿਹੜਾ ਕੈਲਸ਼ੀਅਮ ਪੈਕਟੇਟ ਇਕੱਠਾ ਹੋਣਾ ਆ, ਉਹਨੇ ਕਨਵਰਟ ਹੋ ਜਾਣਾ ਆ ਹੌਲੀ ਹੌਲੀ ਮਿਊਸੇਲੇਜੀਨਸ ਪੈਕਟਿਨ। ਹੁਣ ਇਹ ਜਿਹੜੀ ਮਿਊਸੇਲੇਜੀਨਸ ਪੈਕਟਿਨ ਆ, ਇਹ ਕੌਜ਼ ਕਰਦੀ ਆ ਸੈਪਰੇਸ਼ਨ ਇਨ ਟੂ ਸੈਲਸ। ਤਾਂ ਇੱਕਦਮ ਇਹ ਨਹੀਂ ਹੈਗਾ ਕਿ ਤੁਸੀਂ ਦੇਖਦੇ ਆ ਕਿ ਪੱਤੀ ਝੜ ਗਈ ਜੀ, ਪੇੜ ਤੋਂ ਇੱਕਦਮ ਪੱਤੀ ਝੜ ਗਈ, ਨਾ। ਸਭ ਤੋਂ ਪਹਿਲਾਂ ਉਹਦੇ ਵਿੱਚ ਸੈਪਰੇਸ਼ਨ ਲੇਅਰ ਬਣਨੀ ਆ। ਹੁਣ ਉਸ ਸੈਪਰੇਸ਼ਨ ਲੇਅਰ ਕਿੱਦਾਂ ਬਣਨੀ ਆ ਕਿ ਪੱਤੀ ਦੇ ਵਿੱਚੋਂ ਕਲੋਰੋਫਿਲ ਖਤਮ ਹੋਣਾ ਆ, ਫੋਟੋਸਿੰਥੇਸਿਸ ਸਟਾਪ ਹੋ ਜਾਣਾ ਆ, ਪੱਤੀ ਯੈਲੋ ਹੋ ਜਾਣੀ ਆ, ਕੁਛ ਐਕਸਕ੍ਰੀਟਰੀ ਪ੍ਰੋਡਕਟਸ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਣੇ ਆ, ਜਿਹਦੇ ਨਾਲ ਲੀਫ ਪੂਰੀ ਜਿਹੜੀ ਆ ਉਹ ਡੈਡ ਹੋ ਜਾਣੀ ਆ। ਫਿਰ ਹੌਲੀ ਹੌਲੀ ਉੱਥੇ ਪ੍ਰੋਟੋਪਲਾਜ਼ਮ ਜਿਹੜਾ ਸੈਲਸ ਦੇ ਵਿੱਚ ਉਹ ਗਾੜਾ ਹੋ ਜਾਣਾ ਆ ਅਤੇ ਸਟਾਰਚ ਗ੍ਰੇਨਸ ਦਾ ਉੱਥੇ ਫਾਰਮੇਸ਼ਨ ਹੋ ਜਾਣਾ ਆ। ਫਿਰ ਸੈਂਟਰ ਆਫ ਮਿਡਲ ਲੈਮੀਲਾ ਆਫ ਲੀਫ ਦੇ ਵਿੱਚ ਜਿਹੜਾ ਕੈਲਸ਼ੀਅਮ ਪੈਕਟੇਟ ਹੋਣਾ ਆ, ਉਹ ਕਨਵਰਟ ਹੋ ਜਾਣਾ ਆ ਮਿਊਸੇਲੇਜੀਨਸ ਪੈਕਟਿਨ। ਹੁਣ ਜਦੋਂ ਮਿਊਸੇਲੇਜੀਨਸ ਪੈਕਟਿਨ ਦੇ ਵਿੱਚ ਕਨਵਰਟ ਹੋ ਜਾਣਾ ਆ, ਉਸ ਮਿਊਸੇਲੇਜੀਨਸ ਪੈਕਟਿਨ ਨੇ ਦੋ ਸੈਲਸ ਨੂੰ ਆਪਸ 'ਚ ਸੈਪਰੇਟ ਕਰ ਦੇਣਾ। ਜਿਹੜਾ ਅਸੀਂ ਦੇਖੋ ਇੱਥੇ ਗੈਪ ਦੇਖਿਆ ਸੀਗਾ, ਪਿੱਛੇ ਵੀ ਡਾਇਗਰਾਮ ਦੇ ਵਿੱਚ ਆਪਾਂ ਦੇਖਿਆ ਆ ਵਾਲੀ ਦੇਖੋ, ਹੈ ਨਾ। ਇੱਦਾਂ ਦੋ ਸੈਲਸ ਦੇ ਵਿੱਚ ਗੈਪ, ਇਹ ਸੈਪਰੇਸ਼ਨ ਹੋ ਜਾਣਾ ਆ ਦੋ ਸੈਲਸ ਨੇ ਆਪਸ 'ਚ, ਇਹਨੂੰ ਅਸੀਂ ਕਹਿਣਾ ਆ ਸੈਪਰੇਸ਼ਨ ਲੇਅਰ। ਹੁਣ ਬੇਟਾ ਇਹ ਜਿਹੜੀ ਸੈਪਰੇਸ਼ਨ ਲੇਅਰ ਆ, ਇਹ ਇੱਦਾਂ ਬਾਹਰੋਂ ਅੰਦਰ ਦੀ ਤਰਫ ਇਹ ਬਣਨੀ ਆ ਦੇਖੋ, ਬਾਹਰੋਂ ਅੰਦਰ ਦੀ ਤਰਫ ਪੂਰੀ ਇਹ ਲੇਅਰ ਜਿਹੜੀ ਆ ਬਣਨੀ ਸਟਾਰਟ ਹੋਣੀ ਆ। ਹੁਣ ਹੱਲੇ ਵੀ ਕੀ ਹੋਣਾ ਆ, ਜਿੱਦਾਂ ਬਾਹਰੋਂ ਅੰਦਰ ਬਣ ਗਈ, ਵੀ ਇੱਧਰੋਂ ਵੀ ਬਣ ਗਈ ਸੈਪਰੇਸ਼ਨ ਲੇਅਰ, ਪਰ ਹੱਲੇ ਵੀ ਲੀਫ ਡਿਟੈਚ ਨਹੀਂ ਹੋਈ। ਹੱਲੇ ਲੀਫ ਜਿਹੜੀ ਆ ਉਹ ਆਪਸ 'ਚ ਪੇਰੈਂਟ ਪਲਾਂਟ ਨਾਲ ਜੁੜੀ ਹੋਣੀ ਆ ਵਿਦ ਦਾ ਹੈਲਪ ਆਫ ਕੰਡਕਟਿੰਗ ਟਿਸ਼ੂਜ਼। ਜਿਹੜੇ ਅੰਦਰ ਜ਼ਾਈਲਮ ਔਰ ਫਲੋਇਮ ਕੰਡਕਟਿੰਗ ਟਿਸ਼ੂਜ਼ ਪ੍ਰੈਜ਼ੈਂਟ ਹੁੰਦੇ ਆ। ਹੱਲੇ ਕੁਛ ਦੇਰ ਤੱਕ ਇਹ ਕੰਡਕਟਿੰਗ ਟਿਸ਼ੂਜ਼ ਨਾਲ ਪੱਤੀ ਜਿਹੜੀ ਆ ਉਹ ਜੁੜੀ ਹੋਣੀ ਆ ਵਿਦ ਹੋਸਟ ਪਲਾਂਟ। ਹੁਣ ਹੌਲੀ ਹੌਲੀ ਕੀ ਹੋਣਾ ਆ, ਇਹ ਜਿਹੜੇ ਜਿਵੇਂ ਕੰਡਕਟਿੰਗ ਟਿਸ਼ੂਜ਼ ਜ਼ਾਈਲਮ ਆ, ਜ਼ਾਈਲਮ ਬਹੁਤ ਸਾਰੇ ਕੰਪੋਨੈਂਟਸ ਦਾ ਬਣਿਆ ਹੁੰਦਾ, ਜਿਵੇਂ ਆਪਾਂ ਪੜ੍ਹਿਆ ਆ ਟਰੈਕਿਡਸ ਹੋ ਗਏ, ਵੈਸਲਸ ਹੋ ਗਏ। ਤਾਂ ਜਿਹੜੇ ਜ਼ਾਈਲਮ ਦੇ ਟਰੈਕਿਡਸ ਹੁੰਦੇ ਆ ਉਹ ਪੋਰਸ ਹੁੰਦੇ ਆ। ਇਸ ਤਰ੍ਹਾਂ ਪੋਰਸ ਦਾ ਮਤਲਬ ਹੁੰਦਾ ਛੇਦ ਹੁੰਦੇ ਆ, ਉਹਦੇ ਵਿੱਚ ਜਾਲੀ ਹੁੰਦੀ ਆ, ਟੋਏ ਅਸੀਂ ਕਹਿ ਸਕਦੇ ਹਾਂ। ਹੁਣ ਇਹ ਜਿਹੜੇ ਪੋਰਸ ਆ, ਇੱਥੇ ਲਿਗਨਿਨ ਵਗੈਰਾ ਜਾਂ ਹੋਰ ਕੰਪਾਊਂਡਸ ਜਿਹੜੇ ਆ ਉਹ ਡਿਪੋਜ਼ਿਟ ਹੋਣੇ ਸ਼ੁਰੂ ਹੋ ਜਾਣੇ ਆ, ਉਹ ਆ ਕੇ ਛੇਦਾਂ ਦੇ ਵਿੱਚ ਭਰ ਜਾਣੇ ਆ। ਤਾਂ ਇਹਨਾਂ ਨੇ ਕੰਡਕਸ਼ਨ ਆਫ, ਕਿਉਂਕਿ ਹੋਲਸ ਬੰਦ ਹੋ ਗਏ, ਹੋਲਸ ਖੁੱਲ੍ਹਣ ਦੇ ਕਾਰਨ ਨਾਲੀਆਂ ਚੱਲਦੀਆਂ ਆ, ਤਾਂ ਹੀ ਪਾਣੀ ਅੱਗੇ ਵੱਧਦਾ ਆ। ਹੁਣ ਇਹ ਨਾਲੀਆਂ ਦੇ ਦਰਵਾਜ਼ੇ ਬੰਦ ਹੋ ਗਏ, ਪਾਣੀ ਜਿਹੜਾ ਆ ਉਹ ਕੰਡਕਟ ਨਹੀਂ ਹੋਣਾ ਹੈਗਾ ਟੂ ਟੋਪ ਆਫ ਦਾ ਲੀਫ ਜਾਂ ਫਿਰ ਟੂ ਅਦਰ ਪਾਰਟਸ। ਤਾਂ ਇਹਦੇ ਨਾਲ ਕੀ ਹੋਣਾ ਆ, ਇਹ ਜਿਹੜੇ ਪੋਰਸ ਬੰਦ ਹੁੰਦੇ ਆ ਵਿਦ ਲਿਗਨਿਨ ਜਾਂ ਅਦਰ ਪ੍ਰੋਡਕਟਸ, ਇਹਨੂੰ ਅਸੀਂ ਪ੍ਰੋਸੈਸ ਨੂੰ ਟਾਇਲੋਸਿਸ ਕਹਿੰਦੇ ਆ, TYLOSES। ਜਦੋਂ ਟਾਇਲੋਸਿਸ ਹੋ ਜਾਂਦਾ ਆ
ਹੁਣ ਪਾਣੀ ਵੀ ਬੰਦ ਹੋ ਗਿਆ, ਫੋਟੋਸਿੰਥੇਸਿਸ ਵੀ ਨਹੀਂ ਹੋ ਰਿਹਾ, ਕਲੋਰੋਫਿਲ ਵੀ ਲਾਸ ਹੋ ਗਈ, ਹੋਰ ਪ੍ਰੋਡਕਟਸ ਆ ਕੇ ਉੱਥੇ ਜਮ੍ਹਾਂ ਹੋਈ ਜਾ ਰਹੇ ਆ, ਸਟਾਰਚ ਵਗੈਰਾ। ਕੈਲਸ਼ੀਅਮ ਵੀ ਚੇਂਜ ਹੋ ਗਿਆ ਫਰੋਮ ਪੈਕਟੇਟ ਟੂ ਮਿਊਸਿਲੇਜੀਨਸ ਪੈਕਟਿਨ। ਤਾਂ ਸੈਪਰੇਸ਼ਨ ਜਿਹੜੀ ਲੇਅਰ ਆ ਉਹ ਕੰਪਲੀਟਲੀ ਜਿਹੜੀ ਲੀਫ ਆ ਉਹ ਜਿਹੜੀ ਮਾੜੀ ਮੋਟੀ ਕੰਡਕਟਿੰਗ ਟਿਸ਼ੂਜ਼ ਦੇ ਥਰੂ ਜੁੜੀ ਹੋ ਸੀ ਉਹ ਵੀ ਉੱਥੋਂ ਟੁੱਟ ਜਾਂਦੀ ਆ ਜਾਂ ਡਿਟੈਚ ਹੋ ਜਾਂਦੀ ਆ, ਔਰ ਡਿਟੈਚ ਹੋ ਕੇ ਪੇਰੈਂਟ ਪਲਾਂਟ ਤੋਂ ਥੱਲੇ ਡਿੱਗ ਜਾਂਦੀ ਆ ਜਾਂ ਲੀਫ ਫਾਲ ਹੋ ਜਾਂਦਾ ਆ। ਠੀਕ ਹੈ, ਇਹ ਹੁਣ ਇਹ ਸਾਰਾ ਪ੍ਰੋਸੈਸ ਜਿਹੜਾ ਆ ਮੰਨ ਲਓ ਕਲੋਰੋਫਿਲ ਲਾਸ ਹੋਇਆ, ਫੋਟੋਸਿੰਥੇਸਿਸ ਬੰਦ ਹੋਇਆ, ਇਹ ਸਾਰਾ ਲੀਫ ਫਾਲ ਜਿਹੜਾ ਆ ਉਹ ਦੇਖਿਆ ਗਿਆ ਕਿ ਇੱਕ ਐਸਿਡ ਡਿਵੈਲਪ ਹੁੰਦਾ ਆ, ਐਬਸਿਸਿਕ ਐਸਿਡ। ਐਸਿਡ ਨੇ ਸੌਰੀ ਇਹ ਆਪਾਂ ਕਹਿ ਸਕਦੇ ਹਾਂ ਐਬਸਿਸਿਕ ਐਸਿਡ ਜਿਹੜਾ ਆ ਇਹ ਡਿਵੈਲਪ ਹੁੰਦਾ ਆ ਜਾਂ ਫਾਰਮ ਹੁੰਦਾ ਆ, ਉਹਦੇ ਕਾਰਨ ਲੀਫ ਫਾਲ ਜਿਹੜਾ ਦੇਖਣ ਨੂੰ ਮਿਲਿਆ ਕਿ ਪਲਾਂਟਸ ਦੇ ਵਿੱਚ ਹੁੰਦਾ ਆ। ਹੁਣ ਇਹ ਜਿਹੜਾ ਐਬਸਿਸਿਕ ਐਸਿਡ ਫਾਰਮੇਸ਼ਨ ਕਿਉਂ ਹੁੰਦਾ ਆ, ਕਿਉਂਕਿ ਜਾਂ ਕਦੋਂ ਹੁੰਦਾ ਆ ਐਬਸਿਸਿਕ ਐਸਿਡ ਫਾਰਮੇਸ਼ਨ ਲੀਵਸ ਦੇ ਵਿੱਚ? ਜਦੋਂ ਆਕਸੀਨ ਗਰੋਥ ਹਾਰਮੋਨ ਦਾ ਪ੍ਰੋਡਕਸ਼ਨ ਜਿਹੜਾ ਆ ਉਹ ਡਿਕਰੀਜ਼ ਹੋ ਜਾਂਦਾ ਆ, ਅਤੇ ਦੂਸਰੀ ਤਰਫ ਕੈਰੇਟਿਨ ਜਿਹੜਾ ਆ ਉਹ ਇਨਕਰੀਜ਼ ਹੋ ਜਾਂਦਾ ਆ, ਉਸ ਵੇਲੇ ਐਬਸਿਸਿਕ ਐਸਿਡ ਬਣਦਾ ਆ। ਇਹ ਐਬਸਿਸਿਕ ਐਸਿਡ ਹੀ ਉਸ ਐਬਸਿਸ਼ਨ ਦਾ ਕਾਰਨ ਬਣਦਾ ਆ ਜਾਂ ਇਹਦੇ ਕਾਰਨ ਹੀ ਐਬਸਿਸ਼ਨ ਹੁੰਦਾ ਆ। ਤਾਂ ਸਭ ਤੋਂ ਪਹਿਲਾਂ ਐਬਸਿਸ਼ਨ ਜ਼ੋਨ ਬਣੇਗਾ। ਐਬਸਿਸ਼ਨ ਜ਼ੋਨ 'ਚ 2 ਲੇਅਰਸ ਬਣਨਗੀਆਂ, ਸੈਪਰੇਸ਼ਨ ਲੇਅਰ ਅਸੀਂ ਆ ਦੇਖ ਲਿਆ ਕਿ ਕਿਵੇਂ ਬਣੇਗਾ। ਜਦੋਂ ਪੱਤੀ ਇੱਥੋਂ ਝੜ ਜਾਂਦੀ ਆ ਪੇਰੈਂਟ ਪਲਾਂਟ ਤੋਂ, ਤਾਂ ਉਹਦੇ ਨਾਲ ਹੀ ਬਿਲਕੁਲ ਤੁਸੀਂ ਦੇਖੋਗੇ ਕਿ ਇੱਕ ਲੇਅਰ ਡਿਵੈਲਪ ਹੋਈ ਹੁੰਦੀ ਆ ਸੈਲਸ ਦੀ, ਹੁਣੇ ਤਾਂ ਸੈੱਲ ਹੀ ਆ, ਉਸ ਲੇਅਰ ਨੂੰ ਅਸੀਂ ਕਹਿੰਦੇ ਆ ਪ੍ਰੋਟੈਕਟਿਵ ਲੇਅਰ। ਹੁਣ ਇਹ ਲੇਅਰ ਦਾ ਫੰਕਸ਼ਨ ਕੁਛ ਨਹੀਂ ਹੈਗਾ, ਸਿਰਫ ਇੱਥੋਂ ਐਕਸਪੋਜ਼ਡ ਪਾਰਟ ਨੂੰ, ਤਾਂ ਕਿ ਕੋਈ ਮਾਈਕਰੋ ਆਰਗੈਨਿਜ਼ਮ ਅੰਦਰ ਜਾ ਕੇ ਇੰਜਰੀ ਨਾ ਕਰ ਸਕੇ, ਜਾਂ ਕੋਈ ਹਵਾ, ਮਿੱਟੀ, ਕਣਾ ਜਾਂ ਇੱਥੋਂ ਕੋਈ ਡੈਮੇਜ ਪੂਰੇ ਪੌਦੇ ਨੂੰ ਨਾ ਹੋ ਸਕੇ, ਕਿਉਂਕਿ ਲੀਫ ਫਾਲ ਤਾਂ ਨੈਚੁਰਲ ਪ੍ਰੋਸੈਸ ਹੈ, ਥੋੜ੍ਹੇ ਟਾਈਮ ਬਾਅਦ ਲੀਫ ਆ ਵੀ ਜਾਣੀ ਆ ਪੱਤਝੜ ਤੋਂ ਬਾਅਦ, ਤਾਂ ਉਹਦੇ ਲਈ ਪ੍ਰੋਟੈਕਟਿਵ ਲੇਅਰ ਡਿਵੈਲਪ ਹੁੰਦੀ ਆ। ਹੁਣ ਇਹ ਜਿਹੜਾ ਐਬਸਿਸਿਕ ਐਸਿਡ ਐਬਸਿਸ਼ਨ ਕਰਦਾ ਆ, ਪਰ ਇਸ ਐਬਸਿਸ਼ਨ ਦਾ ਇਹ ਨੈਚੁਰਲ ਪ੍ਰੋਸੈਸ ਹੈ, ਇਹਦਾ ਕੋਈ ਲਾਸ ਨਹੀਂ ਹੁੰਦਾ ਪਲਾਂਟ ਨੂੰ, ਔਰ ਇਹ ਅੱਛਾ ਮੰਨਿਆ ਜਾਂਦਾ ਆ। ਜਿਵੇਂ ਹੁਣ ਆਪਣੇ ਕਈ ਵਾਰ ਹੱਥਾਂ ਦੇ ਉੱਪਰੋਂ ਸਕਿਨ ਸਰਦੀਆਂ 'ਚ ਲੈ ਜਾਂਦੀ ਆ, ਤਾਂ ਉਹਦਾ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ, ਇਸੇ ਤਰ੍ਹਾਂ ਪਲਾਂਟਸ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ। ਇਹ ਗੁੱਡ ਜਾਂ ਨੈਚੁਰਲ ਪ੍ਰੋਸੈਸ ਹੈ ਜਿਹੜਾ ਹੋਣਾ ਵੀ ਚਾਹੀਦਾ ਆ, ਕਹਿ ਲਓ ਗਰੋਥ ਲਈ, ਪ੍ਰੋਡਕਟਿਵਿਟੀ ਲਈ, ਜਾਂ ਟਰੀਜ਼ ਦੀ ਲਾਈਫ ਲਈ ਇਹ ਅੱਛਾ ਹੁੰਦਾ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।